23 ਜੁਲਾਈ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 23 ਜੁਲਾਈ ਦੇ ਇਤਿਹਾਸ ਬਾਰੇ। ਚੰਦਰਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਇੱਕ ਕ੍ਰਾਂਤੀਕਾਰੀ ਸਨ। ਕਿਹਾ ਜਾਂਦਾ ਹੈ ਕਿ ਜਦੋਂ ਗਾਂਧੀ ਜੀ ਨੇ ਅਸਹਿਯੋਗ ਅੰਦੋਲਨ ਬੰਦ ਕਰ ਦਿੱਤਾ ਸੀ ਤਾਂ ਚੰਦਰਸ਼ੇਖਰ ਆਜ਼ਾਦ ਦੇ ਵਿਚਾਰ ਬਦਲ ਗਏ ਸਨ ਅਤੇ ਉਹ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਏ ਸਨ। ਉਹਨਾਂ ਨੇ ਉੱਤਰੀ ਭਾਰਤ ਦੀਆਂ ਸਾਰੀ ਕ੍ਰਾਂਤੀਕਾਰੀ ਪਾਰਟੀਆਂ ਨੂੰ ਇਕਜੁੱਟ ਕਰਕੇ ਹਿੰਦੁਸਤਾਨ ਸੋਸ਼ਲ ਰਿਪਬਲਿਕਨ ਐਸੋਸੀਏਸ਼ਨ ਦਾ ਗਠਨ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਭਗਤ ਸਿੰਘ ਨਾਲ ਮਿਲ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਲਾਹੌਰ ਵਿੱਚ ਬ੍ਰਿਟਿਸ਼ ਪੁਲਿਸ ਅਫਸਰ ਸਾਂਡਰਸ ਨੂੰ ਮਾਰ ਦਿੱਤਾ। ਇਸ ਦੇ ਨਾਲ ਹੀ ਚੰਦਰਸ਼ੇਖਰ ਆਜ਼ਾਦ ਦੀ ਸਫਲ ਅਗਵਾਈ ਹੇਠ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ ਬੰਬ ਧਮਾਕਾ ਕੀਤਾ ਸੀ। ਇਸ ਧਮਾਕੇ ਦਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ। ਇਹ ਧਮਾਕਾ ਬਰਤਾਨਵੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕੀਤਾ ਗਿਆ ਸੀ। 27 ਫਰਵਰੀ 1931 ਨੂੰ ਚੰਦਰਸ਼ੇਖਰ ਆਜ਼ਾਦ ਨੇ 5 ਬ੍ਰਿਟਿਸ਼ ਪੁਲਿਸ ਅਫਸਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਆਜ਼ਾਦ ਨੇ ਸਹੁੰ ਖਾਧੀ ਸੀ ਕਿ ਅੰਗਰੇਜ਼ ਉਹਨਾਂ ਨੂੰ ਜਿਉਂਦੇ ਜੀ ਨਹੀਂ ਕਦੀ ਫੜ ਸਕਣਗੇ। ਇਸ ਲਈ 5 ਪੁਲਿਸ ਵਾਲਿਆਂ ਨੂੰ ਮਾਰਨ ਤੋਂ ਬਾਅਦ ਉਹਨਾਂ ਨੇ ਖੁਦ ਨੂੰ ਗੋਲੀ ਮਾਰ ਦਿੱਤੀ। ਲੋਕਮਾਨਿਆ ਬਾਲ ਗੰਗਾਧਰ ਤਿਲਕ ਦਾ ਜਨਮ 23 ਜੁਲਾਈ 1856 ਨੂੰ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਰਾਸ਼ਟਰਵਾਦੀ, ਅਧਿਆਪਕ, ਸਮਾਜ ਸੁਧਾਰਕ, ਵਕੀਲ ਅਤੇ ਸੁਤੰਤਰਤਾ ਸੈਨਾਨੀ ਸਨ। ਲੋਕਮਾਨਿਆ ਤਿਲਕ ਨੇ ਅੰਗਰੇਜ਼ੀ ਵਿੱਚ ਮਰਾਠਾ ਅਤੇ ਮਰਾਠੀ ਵਿੱਚ ਕੇਸਰੀ ਨਾਂ ਦੇ 2 ਰੋਜ਼ਾਨਾ ਅਖਬਾਰ ਸ਼ੁਰੂ ਕੀਤੇ ਜੋ ਲੋਕਾਂ ਵਿੱਚ ਬਹੁਤ ਮਸ਼ਹੂਰ ਸਨ। ਇਹਨਾਂ ਅਖਬਾਰਾਂ ਰਾਹੀਂ ਤਿਲਕ ਨੇ ਬ੍ਰਿਟਿਸ਼ ਸ਼ਾਸਨ ਦੀ ਬੇਰਹਿਮੀ ਅਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਉਹਨਾਂ ਦੀ ਹੀਣ ਭਾਵਨਾ ਦੀ ਸਖਤ ਆਲੋਚਨਾ ਕੀਤੀ। ਕਿਹਾ ਜਾਂਦਾ ਹੈ ਕਿ ਕੇਸਰੀ ਵਿੱਚ ਪ੍ਰਕਾਸ਼ਿਤ ਉਹਨਾਂ ਦੀ ਲੇਖਾਂ ਕਾਰਨ ਬ੍ਰਿਟਿਸ਼ ਸਰਕਾਰ ਦੁਆਰਾ ਉਹਨਾਂ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਜੇਲ੍ਹ ਭੇਜਿਆ ਗਿਆ। ਇਸ ਦੇ ਨਾਲ ਹੀ 1908 ਵਿੱਚ ਤਿਲਕ ਨੂੰ ਅੰਗਰੇਜ਼ਾਂ ਨੇ ਦੇਸ਼ ਧਰੋਹ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ 1908 ਤੋਂ 1914 ਤੱਕ ਬਰਬਾ ਦੀ ਮਾਂਡੀ ਜੇਲ੍ਹ ਵਿੱਚ ਰੱਖਿਆ ਗਿਆ। 1 ਅਗਸਤ 1920 ਨੂੰ ਅਸਹਿਯੋਗ ਅੰਦੋਲਨ ਦੀ ਸ਼ੁਰੂਆਤ ਵਾਲੇ ਦਿਨ ਤਿਲਕ ਦਾ ਦੇਹਾਂਤ ਹੋ ਗਿਆ ਸੀ। ਗਾਂਧੀ ਨੇ ਸੁਤੰਤਰਤਾ ਸੰਗਰਾਮ ਵਿੱਚ ਤਿਲਕ ਦੇ ਯੋਗਦਾਨ ਅਤੇ ਕੁਰਬਾਨੀ ਦਾ ਸਨਮਾਨ ਕਰਨ ਲਈ ਤਿਲਕ ਫੰਡ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ 1956 ਵਿੱਚ ਭਾਰਤ ਸਰਕਾਰ ਨੇ ਉਹਨਾਂ ਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਜਾਰੀ ਕੀਤਾ ਸੀ। 23 ਜੁਲਾਈ 1927 ਨੂੰ ਇੰਡੀਅਨ ਬ੍ਰੌਡਕਾਸਟਿੰਗ ਕੰਪਨੀ ਨੇ ਬੰਬਈ ਸਟੇਸ਼ਨ ਤੋਂ ਪਹਿਲਾ ਰੇਡੀਓ ਪ੍ਰਸਾਰਣ ਕੀਤਾ ਸੀ। ਇਸ ਲਈ ਭਾਰਤ ਵਿੱਚ ਹਰ ਸਾਲ 23 ਜੁਲਾਈ ਨੂੰ ਰਾਸ਼ਟਰੀ ਪ੍ਰਸਾਰਣ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਰੇਡੀਓ ਦੀ ਮਹੱਤਤਾ ਬਾਰੇ ਦੱਸਣਾ ਅਤੇ ਰੇਡੀਓ ਦੀ ਵਰਤੋਂ ਬਾਰੇ ਜਾਗਰੂਕ ਕਰਨਾ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਰੇਡੀਓ ਪ੍ਰਸਾਰਣ 1920 ਵਿੱਚ ਸ਼ੁਰੂ ਹੋਇਆ ਸੀ। ਪਹਿਲਾ ਪ੍ਰੋਗਰਾਮ 1923 ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਇਸ ਤੋਂ ਬਾਅਦ 1927 ਵਿੱਚ ਮੁੰਬਈ ਅਤੇ ਕਲਕੱਤਾ ਰੇਡੀਓ ਸਟੇਸ਼ਨਾਂ ਦੀ ਸਥਾਪਨਾ ਕੀਤੀ ਗਈ। ਫਿਰ ਸਾਲ 1930 ਵਿੱਚ ਸਰਕਾਰ ਨੇ ਮੁੰਬਈ ਅਤੇ ਕਲਕੱਤਾ ਟ੍ਰਾਂਸਮਿਟਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਉਹਨਾਂ ਨੂੰ ਭਾਰਤੀ ਪ੍ਰਸਾਰਣ ਸੇਵਾ ਦੇ ਨਾਂ ਹੇਠ ਚਲਾਉਣਾ ਸ਼ੁਰੂ ਕਰ ਦਿੱਤਾ। ਫਿਰ 1936 ਵਿੱਚ ਇਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ ਕਰ ਦਿੱਤਾ ਗਿਆ ਅਤੇ 1957 ਤੱਕ ਇਸ ਨੂੰ ਆਕਾਸ਼ਵਾਣੀ ਕਿਹਾ ਜਾਣ ਲੱਗਾ। ਤੁਹਾਨੂੰ ਦੱਸ ਦਈਏ ਕਿ ਆਜ਼ਾਦੀ ਦੇ ਸਮੇਂ ਭਾਰਤ ਵਿੱਚ 9 ਰੇਡੀਓ ਸਟੇਸ਼ਨ ਸਨ, ਪਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਇਹਨਾਂ ਵਿੱਚੋਂ 3 ਰੇਡੀਓ ਸਟੇਸ਼ਨ ਪਾਕਿਸਤਾਨ ਚਲੇ ਗਏ। ਉਸ ਸਮੇਂ ਰੇਡੀਓ ਦੀ ਪਹੁੰਚ ਦੇਸ਼ ਦੀ ਆਬਾਦੀ ਦਾ ਸਿਰਫ 11% ਸੀ, ਜਦਕਿ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਰੇਡੀਓ ਦੀ ਪਹੁੰਚ 99% ਹੈ। ਇਹ ਦੇਸ਼ ਭਰ ਵਿੱਚ 262 ਰੇਡੀਓ ਸਟੇਸ਼ਨਾਂ ਰਾਹੀਂ ਭਾਰਤ ਦੀ 99% ਆਬਾਦੀ ਤੱਕ ਪਹੁੰਚਦਾ ਹੈ। ਇਸ ਦੇ ਨਾਲ ਹੀ 100 ਤੋਂ ਵੱਧ ਦੇਸ਼ਾਂ ਵਿੱਚ 25 ਤੋਂ ਵੱਧ ਭਾਸ਼ਾਵਾਂ ਵਿੱਚ ਆਕਾਸ਼ਵਾਣੀ ਰਾਹੀਂ ਪ੍ਰਸਾਰਣ ਕੀਤਾ ਜਾਂਦਾ ਹੈ। 23 ਜੁਲਾਈ 1829 ਨੂੰ ਵਿਲੀਅਮ ਆਸਟਨ ਬਰਟ ਨੇ ਟਾਈਪਰਾਈਟਰ ਦਾ ਪੈਟੈਂਟ ਕਰਵਾਇਆ ਸੀ, ਜਿਸ ਨੂੰ ਹੁਣ ਟਾਈਪੋਗ੍ਰਾਫਰ ਕਿਹਾ ਜਾਂਦਾ ਹੈ। ਇਹ ਮਸ਼ੀਨ ਟਾਈਪਿੰਗ ਦੇ ਸਭ ਤੋਂ ਪੁਰਾਣੇ ਪ੍ਰੋਟੋਟਾਈਪਾਂ ਵਿੱਚੋਂ ਇੱਕ ਸੀ। ਬਰਫ਼ ਦੀ ਕਾਰਡ ਆਧੁਨਿਕ ਟਾਈਪਰਾਈਟਰ ਦਾ ਇੱਕ ਸ਼ੁਰੂਆਤੀ ਰੂਪ ਸੀ ਜੋ ਬਾਅਦ ਵਿੱਚ ਕਈ ਸੁਧਾਰਾਂ ਅਤੇ ਤਬਦੀਲੀਆਂ ਨਾਲ ਵਿਕਸਿਤ ਹੋਈ। ਬਰਟ ਦੇ ਟਾਈਪੋਗ੍ਰਾਫਰ ਕੋਲ ਅੱਖਰਾਂ ਲਈ ਇੱਕ ਘੁੰਮਦਾ ਸਿਲੰਡਰ ਅਤੇ ਇੱਕ ਚੱਕਰ ਸੀ, ਜਿਸ ਵਿੱਚ ਲੇਖਕ ਨੂੰ ਇੱਕ ਅੱਖਰ ਦੀ ਚੋਣ ਕਰਨ ਲਈ ਇੱਕ ਪਹੀਆ ਘੁਮਾਉਣਾ ਪੈਂਦਾ ਸੀ ਅਤੇ ਫਿਰ ਇਸ ਨੂੰ ਕਾਗਜ਼ ਤੇ ਛਾਪਣ ਲਈ ਇੱਕ ਲੀਵਰ ਦਬਾਉਣਾ ਪੈਂਦਾ ਸੀ। ਇਸ ਪ੍ਰਕਿਰਿਆ ਵਿੱਚ ਬਹੁਤ ਸਮਾਂ ਲੱਗਿਆ, ਪਰ ਫਿਰ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੇ ਟਾਈਪਿੰਗ ਟੈਕਨੋਲੋਜੀ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮਸ਼ੀਨ ਦਾ ਮਕਸਦ ਦਸਤਾਵੇਜ਼ਾਂ ਨੂੰ ਤੇਜ਼ੀ ਨਾਲ ਅਤੇ ਵਧੇਰੇ ਸਹੀ ਢੰਗ ਨਾਲ ਲਿਖਣ ਵਿੱਚ ਮਦਦ ਕਰਨਾ ਸੀ। ਹਾਲਾਂਕਿ ਬਰਟ ਟਾਈਪੋਗ੍ਰਾਫਰ ਨੂੰ ਬਹੁਤ ਜ਼ਿਆਦਾ ਵਪਾਰਕ ਵਰਤੋਂ ਨਹੀਂ ਮਿਲੀ, ਪਰ ਇਹ ਕਾਰਡ ਟਾਈਪਰਾਈਟਰ ਦੇ ਵਿਕਾਸ ਲਈ ਪ੍ਰੇਰਨਾ ਸਰੋਤ ਬਣ ਗਈ। 23 ਜੁਲਾਈ 1903 ਨੂੰ ਫੋਰਡ ਮਾਡਲ ਕੰਪਨੀ ਨੇ ਆਪਣੀ ਪਹਿਲੀ ਕਾਰ ਵੇਚੀ ਸੀ। ਇਸ ਕਾਰ ਦਾ ਨਾਮ ਫੋਰਡ ਮਾਡਲ ਏ ਸੀ। ਇਸ ਕਾਰ ਨੂੰ ਸ਼ਿਕਾਗੋ ਦੇ ਦੰਦਰੇ ਡਾਕਟਰ ਅਰਨਸਨ ਪੈਫਨਿਕ ਨੇ ਖਰੀਦਿਆ ਸੀ। ਤੁਹਾਨੂੰ ਦੱਸ ਦਈਏ ਕਿ 6 ਜੂਨ 1903 ਨੂੰ ਹੈਨਰੀ ਫੋਰਡ ਨੇ ਫੋਰਡ ਮਾਡਲ ਕੰਪਨੀ ਦੀ ਸਥਾਪਨਾ ਕੀਤੀ ਸੀ। ਇਹ ਇੱਕ ਅਮਰੀਕੀ ਆਟੋਮੋਬਾਈਲ ਨਿਰਮਾਣ ਕੰਪਨੀ ਹੈ ਅਤੇ ਦੁਨੀਆ ਭਰ ਵਿੱਚ ਆਪਣੇ ਵਾਹਨਾਂ ਅਤੇ ਆਟੋਮੋਟਿਵ ਸੇਵਾਵਾਂ ਲਈ ਮਸ਼ਹੂਰ ਹੈ। ਫੋਰਡ ਮਾਡਲ ਕੰਪਨੀ ਨੇ ਆਟੋਮੋਬਾਈਲ ਉਦਯੋਗ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਫੋਰਡ ਮੋਟਰ ਕੰਪਨੀ ਦੀਆਂ ਸਭ ਤੋਂ ਮਸ਼ਹੂਰ ਕਾਰਾਂ ਵਿੱਚੋਂ ਇੱਕ ਮਾਡਲ ਟੀ ਹੈ ਜੋ 1908 ਵਿੱਚ ਪੇਸ਼ ਕੀਤੀ ਗਈ ਸੀ। ਫਿਰ 1913 ਵਿੱਚ ਫੋਰਡ ਮੋਟਰ ਕੰਪਨੀ ਨੇ ਕਾਰਾਂ ਲਈ ਦੁਨੀਆ ਦੀ ਪਹਿਲੀ ਚੱਲਦੀ ਅਸੈਂਬਲੀ ਲਾਈਨ ਪੇਸ਼ ਕੀਤੀ। ਫੋਰਡ ਨੇ ਆਪਣੀ ਸ਼ੁਰੂਆਤ ਤੋਂ ਹੀ ਮਾਰਕੀਟ ਵਿੱਚ ਆਪਣੀ ਵੱਖਰੀ ਛਾਪ ਛੱਡੀ ਹੈ। ਫੋਰਡ ਨੇ ਪਹਿਲੀ ਵਾਰ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕੀ ਫੌਜ ਲਈ ਜੀਪਾਂ ਦਾ ਨਿਰਮਾਣ ਕੀਤਾ ਸੀ। ਫੋਰਡ ਮੋਟਰ ਕੰਪਨੀ ਇੱਕ ਸਦੀ ਤੋਂ ਵੱਧ ਸਮੇਂ ਤੇ ਮੋਟਰ ਵਾਹਨਾਂ ਦੀ ਇੱਕ ਚੋਟੀ ਦੀ ਨਿਰਮਾਤਾ ਰਹੀ ਹੈ। ਮਾਡਲ ਟੀ ਤੋਂ ਲੈ ਕੇ ਨਵੀਨਤਮ ਮਾਡਲਾਂ ਤੱਕ ਫੋਰਡ ਨੇ ਅੱਜ ਤੱਕ 350 ਮਿਲੀਅਨ ਤੋਂ ਵੱਧ ਵਾਹਨਾਂ ਦਾ ਉਤਪਾਦਨ ਕੀਤਾ ਹੈ।